सबको सलाम, हालेलुया। सलाम। आज है वेडनेसडे 13 जनवरी 2021 है ना। साढ़े रोजे चलन डे ने, अगले हफ्ते आखिरी दिन होगा ਤੇ ਅਸੀਂ ਜੋ ਵੀ ਪ੍ਰਚਾਰ ਹੋਇਆ ਸੰਡੇ ਨੂੰ ਜਾਂ ਵੈਨਸਡੇ ਨੂੰ ਇਸ ਰੋਜ਼ਿਆਂ ਦੇ ਦੌਰਾਨ ਇਹ ਸਾਰਾ ਇਸ ਹਵਾਲੇ ਨਾਲ ਸੀ ਕਿ ਜੋ ਸਾਡੇ ਮਕਸਦ ਸੀ ਰੋਜ਼ਿਆਂ ਦੇ। ਅਗਰ ਅਸੀਂ ਮਾਈਕ ਆਪਣੇ ਆਫ ਕਰ ਲਈਏ, ਆਵਾਜ਼ ਆਣ ਦੀ ਜੀ, ਥੈਂਕ ਯੂ। ਤੇ ਸਾਡੇ ਰੋਜ਼ੇ ਰੱਖਣ ਦੇ ਮਕਸਦ ਦੋ ਸਨ ਨਾ। ਇੱਕ ਸੀ ਕਿ ਸਾਡੇ ਆਪਣੇ 'ਚ ਅਸੀਂ ਜੋ ਮਸੀਹੀਆਂ ਕਲੀਸੀਆਂ ਹਾਂ, ਸਾਡੇ 'ਚ ਆਤਮਿਕ ਬੜ੍ਹੋਤਰੀ ਹੋ, ਅਸੀਂ ਖੁਦਾ 'ਚ ਵੱਧਦੇ ਜਾਈਏ, ਉਹ ਸੀ ਪਹਿਲੀ ਗੱਲ। ਤੇ ਦੂਜੀ ਗੱਲ ਕਿ ਸਾਡੇ ਇਰਦ ਗਿਰਦ ਗੈਰ ਵਿਸ਼ਵਾਸੀ ਉਹਨਾਂ ਦੀ ਨਜਾਤ ਅਸੀਂ ਚਾਹੁੰਦੇ ਹਾਂ। ਇਹ ਸੀ ਸਾਡੇ ਦੋ ਮਕਸਦ ਰੋਜ਼ੇ ਤੇ ਦੁਆ ਦੇ। ਤੇ ਅਸਾਂ ਸੰਡੇ ਨੂੰ ਵੇਖਿਆ ਸੀ ਕਿ ਕਿੰਜੇ ਅਸਾਂ ਗੈਰ ਵਿਸ਼ਵਾਸੀਆਂ ਲਈ ਦੁਆ ਕਰਨੀ ਹੈ। ਤੇ ਅੱਜ ਅਸੀਂ ਵੇਖਾਂਗੇ ਕਿ ਮਸੀਹੀ ਉਹ ਕਿੰਜੇ ਵੱਧਦਾ ਹੈ ਰੂਹਾਨੀ ਤੌਰ ਤੇ। ਮਸੀਹੀ ਕਿੰਜੇ ਰੂਹਾਨੀ ਤੌਰ ਤੇ ਵੱਧਦਾ ਹੈ। ਕੋਈ ਮੈਨੂੰ ਦੱਸੇ, ਕੋਈ ਸੁਜੈਸ਼ਨਸ ਦੇ ਕਿ ਕਿੰਜੇ ਮਸੀਹੀ ਅਗਰ ਨਾ ਅੱਜ ਹੀ ਇੱਕ ਮਸੀਹੀ ਬਣੇ ਤੁਹਾਡੇ ਸਾਹਮਣੇ ਤੇ ਤੁਹਾਨੂੰ ਪੁੱਛੇ ਕਿ ਮੈਂ ਕੀ ਕਰਾਂ ਤਾਂ ਕਿ ਮੈਂ खुदा च बता, ਤੁਸੀਂ ਕੀ कहोगे? दावत क्या, दो तीन चीजें हैं, पहले दुआ और कलाम, और फिर रूहानी फेलोशिप जो है, रफाकत जो है लोगों के साथ। जी जी कुछ पहले कहेंगे, सबसे पहले तो उसे कहेंगे तौबा कर, जब तुम अपना उन्हें कर ले तौबा। अवल जी गवाहियों को सुनना। ओके, गवाहियां ਨੂੰ सुनना जी। ओके जी, बहुत बहुत अच्छे, सही है, बिल्कुल। और शुरुआत सबसे पहले अपनी गवाही देकर उनको बताना। सही जी, हाँ बिल्कुल है ना। मैं तो पहले आखांगा कि बपतिस्मा का भी जिक्र करांगा है ना। आखू का बपतिस्मा तो फिर पानी का भी बपतिस्मा ते हाँ जी बिल्कुल। मैं तीन शैवां सुनिया ने उथे है ना, कलाम, दुआ ते संगत, बिल्कुल। ते ਅਸੀਂ ਅਗਰ ਇਸ ਤੋਂ ਪਹਿਲਾਂ ਕੀ ਗੱਲ ਕਰੀ ਕਿ बढ़ोतरी ਕਿੰਝ ਹੁੰਦੀ ਹੈ, बढ़ोतरी जो है लगती किंज है। अगर एक मसीही है जो कल मसीही बने तो एक मसीही जो 5 साल ले मसीही है, तो फिर एक मसीही एक होर लवो जो 15 साल तो मसीही है, तो की फर्क की नजर आना चाहिए? मैच्योरिटी लेकिन मैच्योरिटी लगती किंज है? व्हाट इज मैच्योरिटी? When you do obey God's commands. अच्छा, तो आंटी गुड्डी कहंदे कि तुसी जो खुदा दे हुक्म मनदे हो है ना, जो इत्थे है एक दिन दा मसीही ਉਹ ਇੰਨਾ ਸ਼ਾਇਦ ਹੈ ਨਾ ਉਹਨੂੰ ਇੰਨਾ ਪਤਾ ਨਹੀਂ, ਉਹ ਇੰਨਾ ਨਹੀਂ ਕਰੇਗਾ। ਲੇਕਿਨ ਜੋ 15 ਸਾਲ ਦਾ ਮਸੀਹੀ ਹੈ ਨਾ, ਉਹ ਹੋਰ ਮੰਨੇਗਾ खुदा दे हुक्म जी। होर की ਅਸੀਂ बात सिर्फ यही है कि अगर वो 15 साल का भी है लेकिन उसका अगर रिलेशन उस तौर पे नहीं है यीशु के साथ, उसमें फ्रूट नजर नहीं आ रहा, रूहानी फल नजर नहीं आ रहे, तो फिर कोई फायदा नहीं है ना जी। बहुत सारे मसीही बराए नाम ही हैं जो खुदावंद को जानते तो हैं, बस नाम है मसीही हैं, लेकिन कोई फ्रूट नहीं है, होली स्पिरिट का कोई वो नहीं है, नेमत नहीं है उनके पास। ਸੁਭਾਨਾ ਭੈਣ ਦੀ, ਕਿਉਂਕਿ ਕਈ ਮਸੀਹ ਇਦਾਂ ਦੇ ਵੀ ਹੈਗੇ ਆ ਜਿਹੜੇ ਉੱਤੋਂ ਕਰਦੇ ਆ, ਕੋਈ ਲੌਂਗ ਟਾਈਮ ਹੋ ਗਿਆ, ਕਈਆਂ ਨੂੰ 15 ਸਾਲ 20 ਸਾਲ 25 ਸਾਲ ਵੀ ਹੋ ਗਏ ਆ। ਕਹਿੰਦੇ ਆ ਵੀ ਆਪਾਂ ਮਸੀਹ ਆ, ਆਪਾਂ ਮੰਨਦੇ ਆ ਖੁਦਾ ਨੂੰ, ਪਰ ਉਹ ਗੱਲਾਂ ਹੀ ਨਹੀਂ ਹੁੰਦੀਆਂ ਉਹਨਾਂ 'ਚ। ਉਹ ਸਾਰੇ ਕੰਮ ਕਰਦੇ ਗੈਰ ਕੌਮਾਂ ਜਿੱਦਾਂ ਕਰਦੀਆਂ, ਆਪਾਂ ਕਹਿੰਦੇ ਆ ਜਿੱਦਾਂ ਹਰ ਕੋਈ ਬੰਦਾ ਕਰਦਾ, ਉਹ ਸਾਰੇ ਕੰਮ ਕਰਦੇ। ਓਕੇ, ਮੂੰਹ ਤੇ ਆਪਾਂ ਕਹਿ ਦਿੰਦੇ ਆ ਹਾਲੇਲੂਇਆ ਹਾਲੇਲੂਇਆ ਕਹੀ ਜਾਣਾ, ਖੁਦਾ ਦੀ ਬੰਦਗੀ ਕਰੀ ਜਾਣੀ, ਤੇ ਬਾਅਦ ਚ ਕੰਮ ਵੀ ਦੂਜੇ ਕਰੀ ਜਾਣੇ। ਉਹ ਚੀਜ਼ ਲੈਂਦੇ ਨਾ, ਉਹ ਭਾਵੇਂ 2 ਸਾਲ ਦਾ ਲਓ, 3 ਸਾਲ ਦਾ ਲਓ, 5 ਸਾਲ ਦਾ ਲਓ, ਮਸੀਹ ਤੁਹਾਡੇ ਤੇ। ਮੈਂ ਇਸ ਗੱਲ ਦੀ ਵਿਟਨੈਸ ਆ ਕਿ ਮੈਨੂੰ
32 ਸਾਲ ਲੱਗੇ ਖੁਦਾ ਦੇ ਨਾਲ ਰਸਤਾ ਬਣਾਉਣ ਲਈ। ਜੀ ਹੈ ਨਾ। ਤੇ ਅਗਰ ਹੈ ਨਾ ਬਾਦਸ਼ਾਬਾਨਾ ਤੇ ਜੋ ਦੀਪਕ ਭਾਈ ਨੇ ਆਖਿਆ ਹੈ ਨਾ ਕਿ ਠੀਕ ਹੈ ਟਾਈਮ ਗਾਰੰਟੀ ਨਹੀਂ ਕਰਦਾ, ਅਗਰ ਕੋਈ ਬਹੁਤ ਦੇਰ ਲਈ ਮਸੀਹੀ ਬਣਿਆ ਇਹਦਾ ਇਹ ਨਹੀਂ ਮਤਲਬ ਕਿ ਉਹ ਮੈਚੁਰ ਹੋਗਾ, ਲੇਕਿਨ ਤੁਸੀਂ ਕੀ ਜ਼ਿਕਰ ਕੀਤਾ ਕਿ ਫਲ ਦੇ ਬਾਰੇ 'ਚ, ਤੇ ਇਹਦਾ ਮਤਲਬ ਕਿ ਤੁਸੀਂ ਪਹਿਚਾਨਦੇ ਹੋ ਕਿ ਫਲ ਹੈ ਇੱਕ ਨਿਸ਼ਾਨ ਮੈਚੁਰਿਟੀ ਦੇ, ਫਲ ਹੈ ਇੱਕ ਨਿਸ਼ਾਨ ਕਿ ਤੁਸੀਂ ਵਧਦੇ ਹੋ ਨਾ। ਇਹ ਬਿਲਕੁਲ ਠੀਕ ਹੈ ਕਿ ਅਗਰ ਕੋਈ ਬਹੁਤ ਦੇਰ ਤੋਂ ਮਸੀਹੀ ਬਣਿਆ ਹੈ, ਇਹਦਾ ਇਹ ਨਹੀਂ ਮਤਲਬ ਕਿ ਉਹ ਬਹੁਤ ਅੱਗੇ ਵਧਿਆ ਹੈ ਖੁਦਾ 'ਚ, ਲੇਕਿਨ ਖੁਦਾ 'ਚ ਵਧਣਾ, ਮੈਚੁਰ ਹੋਣਾ, ਇਹ ਟਾਈਮ ਲੱਗਦਾ ਹੈ। ਇਹ एक हफ्ते च है ना अगर कोई मसीही है जो समझो 15 साल हो गए ने ते ओ ना 15 साल च ओ खुदा दी खोज करन डे ना, खुदा दा तालिब है, ते जिन्नी बढ़ोतरी ओहदे च वेखोगे। जो एक हफ्ते दा मसीही है वो भी खुदा दा तालिब है, लेकिन बस एक हफ्ता ओहदे कोल है ना, एक हफ्ता बस होया, ओहदे च बहुत घट वेखोगे मैच्योरिटी, ਤੇ ਜੋ ਖੁਦਾ ਦੇ ਪਿੱਛੇ ਬਹੁਤ ਦੇਰ ਤੋਂ ਚੱਲਣ ਡਿਆ ਉਹਦੇ 'ਚ ਬਹੁਤ ਕੁਝ ਤੁਸੀਂ ਵੇਖੋਗੇ। ਤੇ ਮੈਂ ਪੁੱਛਿਆ ਸੀ ਕਿ ਕੀ ਨਜ਼ਰ ਆਏਗਾ ਹੈ ਨਾ, ਤੇ ਆਂਟੀ ਗੁੱਡੀ ਨੇ ਆਖਿਆ ਕਿ ਉਹ ਖੁਦਾ ਦੇ ਹੁਕਮ ਹੋਰ ਮੰਨਣਗੇ ਹੈ ਨਾ। ਬਾਦਸ਼ਾਬਾਨਾ ਨੇ ਆਖਿਆ ਫਲ ਹੈ ਨਾ, ਰੂਹ ਦੇ ਫਲ ਅਸੀਂ ਵੇਖਨੇ ਆ ਗਲਤੀਆਂ 5 'ਚ ਨਾ, रूह दे फल के प्यार, शांति, धीरज, इंज दी शैवां। आमीन। ਇਹ ਤੇ ਉਹ ਕਲਾਮ ਚ ਵੀ ਲਿਖਿਆ ਕਿ ਸਾਵਲ ਆਇਤ ਲਿਖੀ ਹੈ ਕਲਾਮ ਚ ਵੀ, ਉਹ ਕਹਿੰਦੇ ਵੀ ਜਿਹੜੇ ਪਹਿਲੇ ਆ ਉਹ ਪਿੱਛੇ ਕੀਤੇ ਜਾਣਗੇ, ਜਿਹੜੇ ਪਿਛਲੇ ਆ ਮੋੜੇ ਕੀਤੇ ਜਾਣਗੇ। ਇਹ ਵੀ ਚੀਜ਼ਾਂ ਲਿਖੀਆਂ ਕਲਾਮ ਦੇ ਵਿੱਚ ਬਹੁਤ ਬੜੀ, ਮੈਂ ਦੇਖਿਆ ਸੁਣਿਆ। ਹਾਂ, ਉਹਦਾ ਇਹ ਨਹੀਂ ਮਤਲਬ ਜੋ ਬਹੁਤ ਦੇਰ ਤੋਂ ਮਸੀਹ ਨਾਲ ਚੱਲਣ ਡਿਆ, ਉਹਦਾ ਮਤਲਬ ਕਿ ਜੋ ਆਪਣੇ ਆਪ ਨੂੰ ਉੱਤੇ ਕਰਦਾ ਹੈ। ਨਹੀਂ ਉਹ ਕਹਿੰਦੇ ਨੇ ਇੱਕ ਵਿਸ਼ਵਾਸ ਜਿਹੜੀ ਨੀਚਾ ਹੁੰਦੀ ਆ, ਇੱਕ ਵਿਸ਼ਵਾਸ ਕਹਿੰਦਾ ਉਹੀ ਹੈ ਬੰਦੇ ਨੂੰ, ਜਿਹੜਾ ਜਿੱਦਾਂ ਆਪਾਂ ਰਾਣੀ ਦੇ ਜਿੱਦਾਂ ਕਹਿੰਦੇ, ਜਿੱਦਾਂ ਇੱਕ ਦਾਣੇ ਜਿੰਨਾ ਵੀ ਵਿਸ਼ਵਾਸ ਕਰ ਲਈਏ ਕਿਸੇ ਤੇ ਉਹੀ ਤੁਹਾਨੂੰ ਸਭ ਕੁਝ, ਰਾਈ ਦੇ ਦਾਣੇ ਜਿੰਨਾ, ਰਾਈ ਦੇ ਦਾਣੇ ਦੇ ਉੱਤੇ ਉਹੀ ਤੁਹਾਨੂੰ ਸਭ ਕੁਝ ਦੇ ਸਕਦਾ। ਪਰ ਜੇ ਤੁਹਾਡਾ ਵਿਸ਼ਵਾਸ ਹੀ ਨਹੀਂ ਆ ਤੇ ਫਿਰ ਤੁਸੀਂ ਕੀ ਕਰ ਸਕਦੇ? ਤੁਸੀਂ ਰਾਣੀ ਤੇ ਵਿਸ਼ਵਾਸ ਕਹਿੰਦੇ ਸੀ? ਰਾਈ ਦੇ ਦਾਣੇ ਜਿੰਨਾ, ਰਾਈ ਦੇ ਦਾਣੇ ਜਿੰਨਾ ਇੱਥੇ ਲਿਖਿਆ ਨਾ, ਮੈਂ ਤਾਂ ਅਗਰ ਤੁਮ ਰਾਈ ਕੇ ਦਾਣੇ ਜੀ ਉਹ ਲਿਖਿਆ, ਲੇਕਿਨ ਉਹ ਗੱਲ ਹੋਣੀ ਹੈ ਕਿ ਜੋ ਪਹਿਲੇ ਹੋਣਗੇ ਉਹ ਪਿੱਛੇ ਕਿਤੇ ਜਾਣਗੇ, ਉਹ ਇਹਦੀ ਗੱਲ ਨਹੀਂ ਹੋਣੀ ਕਿ ਕਿੰਨੀ ਦੇਰ ਤੁਸੀਂ ਮਸੀਹ 'ਚ ਹੋ। ਜੀ ਆਂਟੀ ਗੁੱਡੀ। ਮੈਂ ਕਿਹਾ ਮੈਂ ਜਦੋਂ ਕੰਮ ਕਰਦੀ ਸੀ ਤੇ ਇੱਕ ਆਪਣੀ ਇੰਡੀਅਨ ਕੁੜੀ ਰਿਸ਼ਪਾਲ, ਤੋਂ ਉਹਦੇ ਲਈ ਮੈਂ ਦੁਆ ਕਰਦੀ ਹੁੰਦੀ ਸੀ ਵੀ ਇਹ ਮਸੀਹ ਚ ਆਵੇ। ਤੇ ਐਨੀਵੇ ਉਹਨੂੰ ਕਾਫੀ ਸਾਲ ਲੱਗ ਗਏ ਮਸੀਹ ਚ ਆਉਣ ਲਈ, ਹੈ ਨਾ। ਤੇ ਪਰ ਜਦੋਂ ਉਹਨੇ ਖੁਦਾ ਨੂੰ ਐਕਸੈਪਟ ਕੀਤਾ ਪਿਛਲੇ ਸਾਲ, ਵੀ ਉਹਦੀ ਲਾਈਫ ਚ ਚੇਂਜ ਆਈ। It's amazing. ਜਿੱਦਾਂ she got baptized by the Holy Spirit. ਆਂਟੀ ਜੀ ਪੰਜਾਬੀ ਚ ਉਹ ਤੁਹਾਡੀ ਇੰਨਾ ਨਹੀਂ ਵੀ ਨਹੀਂ ਹੁੰਦੀ। ਰਿਸ਼ਪਾਲ ਲਈ ਮੈਂ ਪ੍ਰੇ ਕਰਦੀ ਸੀ 15-20 ਸਾਲ ਤੋਂ, ਮੇਰੇ ਨਾਲ ਕੰਮ ਜਦੋਂ ਕਰਦੀ ਸੀ। ਤੇ ਜਦੋਂ ਪਿਛਲੇ ਸਾਲ ਉਹ ਮਸੀਹ ਚ ਆਈ ਆ, ਉਹਦੀ ਲਾਈਫ ਅਮੇਜ਼ਿੰਗ ਆ। ਜਿੱਦਾਂ ਪਾਕ ਰੂਹ ਦੀ ਬੈਪਟਿਜ਼ਮ ਉਹਨੂੰ ਮਿਲੀ ਆ, ਹਨਾ। ਬੜੇ ਮਜ਼ਬੂਤ ਹੈ ਆਪਦੇ ਫੇਥ ਚ, ਆਪਦੀ, ਤੇ ਉਹਦੇ ਪ੍ਰੋਬਲਮਸ ਬਹੁਤ ਹੈ ਲਾਈਫ ਚ। ਹਸਬੈਂਡ ਛੱਡ ਕੇ ਚਲ ਗਿਆ, ਬਹੁਤ ਜਾਣੀ ਕਹਿੰਦੇ। ਤਾਂ ਪਰ ਉਹਨੂੰ ਇੱਕ ਦਿਨ ਮੈਂ ਫੋਨ ਕੀਤਾ ਵੀ ਕਿੱਦਾਂ, ਮੈਨੂੰ ਕਹਿੰਦੀ, ਮੈਂ ਕਹਿੰਦੀ ਠੀਕ ਆ, ਮੈਂ ਆਪਦਾ ਸਾਰਾ ਪ੍ਰੋਬਲਮ ਜੀਸਸ ਨੂੰ ਦੇ ਦਿੱਤੇ ਆ। ਮੈਨੂੰ 32 ਸਾਲ ਲੱਗੇ
to come to that point. हाँ जी ना I was a bit of Lisa. ਜੀ ਅਸੀਂ ਇੱਕ ਆਇਤ ਵੇਖਦੇ ਹਾਂ ਤੇ ਅਸੀਂ ਪੜ੍ਹੀਏ ਤਿਮੋਥੀਅਸ ਦੇ ਨਾਲ ਪਹਿਲਾ ਖਤ ਉਹਦਾ 3 ਅਧਿਆਇ ਤਿਮੋਥੀਅਸ ਦੇ ਨਾਲ ਪਹਿਲਾ ਖਤ ਉਹਦਾ 3 ਅਧਿਆਇ ਤੇ ਆਂਟੀ ਕੁਲਵਿੰਦਰ ਐਕਚੁਅਲੀ ਕੋਈ ਜ਼ੂਮ ਤੇ ਹੈ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਲਾਡੀ ਭਾਈ ਅਗਰ ਤੁਸੀਂ ਪੜੋ ਤਿਮੋਥੀਅਸ ਦੇ ਨਾਲ ਪਹਿਲਾ ਖਤ ਉਹਦਾ 3 ਅਧਿਆਇ सवाल आयत कितनी आयत ਪਹਿਲਾ ਇਹਦੀ ਦੂਜੀ ਆਇਤ ਪੜੋ ਜੀ ਇਸ ਲਈ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼ ਇੱਕੋ ਹੀ ਪਤਨੀ ਦਾ ਪਤੀ ਪਰਹੇਜ਼ਗਾਰ ਸੂਰਤ ਵਾਲਾ ਨੇਕ ਚੱਲਣ ਪਰੋਹਣਚਾਰ ਅਤੇ ਸਿੱਖਿਆ ਦੇਣ ਯੋਗ ਹੋਵੇ ਆਮੀਨ ਇਹ ਗੱਲ ਹੁੰਦੀ ਹੈ ਪਾਸਟਰ ਦੀ ਕਿ ਅਗਰ ਕੋਈ ਪਾਸਟਰ ਬਣਨਾ ਚਾਹੁੰਦਾ ਹੈ ਨਾ ਖੁਦਾ ਅਗਰ ਤਿਮੋਥੀਅਸ ਨੂੰ ਕਹਿੰਦੇ ਅਗਰ ਤੇਰੇ ਕੋਲ ਕੋਈ ਆਇਆ ਬੰਦਾ ਉਹ ਕਹਿੰਦਾ ਕਿ ਮੈਨੂੰ ਲੱਗਦਾ ਖੁਦਾ ਮੈਨੂੰ ਕਹਿੰਦੇ ਕਿ ਮੈਂ ਪਾਸਟਰ ਬਣਾ ਤੇ ਉਸ ਨੂੰ ਕਹਿੰਦੇ ਕਿ ਪਾਸਟਰ 'ਚ ਕੀ ਹੋਣਾ ਚਾਹੀਦਾ ਤੇ ਫਿਰ ਇਹਦੀ ਫਿਰ ਹੋਰ ਵੀ ਸ਼ੈਵਾਂ ਦੱਸਦਾ ਹੈ ਤੇ ਫਿਰ 6 ਆਇਤ ਪੜੋ ਜੀ ਠੀਕ ਹੈ ਜੀ ਉਹ ਨਵਾਂ ਚੇਲਾ ਨਾ ਹੋਵੇ ਕਿ ਕਿਤੇ ਘਮੰਡ ਵਿੱਚ ਆ ਕੇ ਸ਼ੈਤਾਨ ਦੀ ਤਰ੍ਹਾਂ ਸਜ਼ਾ ਪਾਵੇ ਆਮੀਨ ਆਮੀਨ ਇੱਕ ਨਵਾਂ ਚੇਲਾ ਨਵਾਂ ਮਸੀਹੀ ਨਾ ਹੋਵੇ ਅਸੀਂ ਇਹਨੂੰ ਵਾਪਸ ਵੇਖਾਂਗੇ ਇਸ ਆਇਤ ਤੇ ਵਾਪਸ ਅਸੀਂ ਆਵਾਂਗੇ ਇੱਕ ਸੈਕਿੰਡ 'ਚ ਲੇਕਿਨ ਅਸੀਂ ਨਾਲੇ ਇੱਕ ਉਂਗਲੀ ਇੱਥੇ ਰੱਖੋ ਅਸੀਂ ਮਰਕਸ ਵੇਖਦੇ ਹਾਂ ਮਰਕਸ 4 ਅਧਿਆਇ ਮਰਕਸ 4 ਅਧਿਆਇ ਤੇ ਲਾਡੀ ਭਾਈ ਤੁਸੀਂ ਪੜੋ ਜੀ ਉਹਦੀ ਆਇਤ 26 ਤੋਂ 29 26 to 29 alright ਜੀ ਲੋ ਫਿਰ ਉਹ ਨੇ ਕਿਹਾ ਪਰਮੇਸ਼ਵਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕੋਈ ਮਨੁੱਖ ਜ਼ਮੀਨ ਵਿੱਚ ਬੀਜ ਬੀਜੇ ਅਤੇ ਬੀਜ ਬੀਜਣ ਵਾਲਾ ਰਾਤ ਨੂੰ ਸੌਂਦਾ ਅਤੇ ਦਿਨ ਵੇਲੇ ਜਾਗਦਾ ਪਰ ਉਹ ਨਹੀਂ ਜਾਣਦਾ ਕਿ ਬੀਜ ਕਿਵੇਂ ਉੱਗ ਪਿਆ ਜ਼ਮੀਨ ਤਾਂ ਆਪਣੇ ਆਪ ਫਲ ਲਾਉਂਦੀ ਹੈ ਪਹਿਲਾ ਆਕੂਰ ਫਿਰ ਸਿੱਟਾ ਫਿਰ ਸਿੱਟੇ ਵਿੱਚ ਸਾਬਤ ਦਾਣੇ ਅਤੇ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ ਆਮੀਨ ਆਮੀਨ ਇਹ ਮਿਸਾਲ ਦੇਣ ਦੇ ਕਿ ਖੁਦਾ ਦੀ ਬਾਦਸ਼ਾਹੀ ਕਿੰਜ ਦੀ ਹੈ ਤੇ ਇਸ ਤੋਂ ਥੋੜੀ ਆਇਤਾਂ ਪਹਿਲਾਂ ਉਹ ਗੱਲ ਕਰਦੇ ਜੋ ਮਿਸਾਲ ਹੈ ਹਨਾ ਬੀਜ ਜੋ ਪਾਉਂਦਾ ਹੈ ਤੇ ਅਲੱਗ-ਅਲੱਗ ਫਸਲ ਹੁੰਦੀ ਹੈ ਨਾ 4 ਕਿਸਮਾਂ ਹੁੰਦੀਆਂ ਜ਼ਮੀਨ ਦੀਆਂ ਤੇ ਸਾਨੂੰ ਦੱਸਿਆ ਗਿਆ ਕਿ ਜੋ ਬੀਜ ਉਹ ਕਲਾਮ ਦਰਸਾਉਂਦਾ ਹੈ ਤੇ ਹਨਾ ਕਹਿੰਦੇ ਕਿ ਖੁਦਾ ਦੀ ਬਾਦਸ਼ਾਹੀ ਇੰਜ ਹੈ ਕਿ ਜਦੋਂ ਤੁਸੀਂ ਕਲਾਮ ਬੋਲਦੇ ਹੋ ਆਪਣੀ ਜ਼ਿੰਦਗੀ 'ਚ ਹਨਾ ਤੇ ਫਿਰ ਤੁਸੀਂ ਫਸਲ ਵੇਖੋਗੇ लेकिन 27 ਤੇ 28 ਪੜੋ ਆਇਤ ਵਾਪਸ ਬਲ ਚੈਪਟਰ ਕਿੰਨਾ ਸੀ ਚਾਰ ਅਧਿਆਇ ਤੁਸੀਂ ਕਿੱਥੇ ਗਏ ਹੋ ਜੀ 27 28 ਜੀ ਜੀ ਭਾਜੀ 27 28 ਅਤੇ ਬੀਜ ਬੀਜਣ ਵਾਲਾ ਰਾਤ ਨੂੰ ਸੌਂਦਾ ਅਤੇ ਦਿਨ ਵੇਲੇ ਜਾਗਦਾ ਪਰ ਉਹ ਨਹੀਂ ਜਾਣਦਾ ਕਿ ਬੀਜ ਕਿਵੇਂ ਉੱਗ ਪਿਆ ਜ਼ਮੀਨ ਤਾਂ ਆਪਣੇ ਆਪ ਫਲ ਲਾਉਂਦੀ ਹੈ ਪਹਿਲਾਂ ਆਕੂਰ ਫਿਰ ਸਿੱਟਾ ਫਿਰ ਸਿੱਟੇ ਵਿੱਚ ਸਾਬਤ ਦਾਣੇ ਆਮੀਨ ਆਮੀਨ ਹਨਾ ਕਹਿੰਦੇ ਕਿ ਜੋ ਹਲ ਉਗਦਾ ਹੈ ਜੋ ਫਸਲ ਉਗਦੀ ਹੈ ਬੀਜ ਤੋਂ ਉਹ ਸਟੇਜਸ 'ਚ ਹੈ ਇੰਜ ਨਹੀਂ ਹੈ ਕਿ ਤੁਸੀਂ ਬੀਜ ਹੁਣ ਬੋਗੇ ਤੇ ਕੱਲ ਸਵੇਰ ਪੂਰਾ ਤੁਹਾਨੂੰ ਜੋ ਕੌਰਨ ਹੁੰਦਾ ਹੈ ਕੌਰਨ ਨੂੰ ਕੀ ਕਹਿੰਦੇ ਆ ਛੱਲੀਆਂ
ਉਹ ਮਿਲਣਗੀਆਂ, ਨਹੀਂ। ਕਹਿੰਦੇ ਹੌਲੀ ਹੌਲੀ ਦਿਨ ਰਾਤ ਉਹ ਸੌਂਦਾ ਹੈ, ਜਾਗਦਾ ਹੈ ਤੇ ਉਹ ਹੁੰਦਾ ਹੈ ਹਨਾ। ਤੇ ਇੰਝ ਹੀ ਮਸੀਹੀ ਸਾਡੀ ਬੜ੍ਹੋਤਰੀ ਹੈ, ਹੌਲੀ ਹੌਲੀ ਟਾਈਮ ਨਾਲ ਹੁੰਦਾ ਹੈ। ਤੇ ਜੋ ਟਿਮੋਥੀਅਸ ਪਹਿਲੇ ਟਿਮੋਥੀਅਸ 3 ਅਧਿਆਇ 'ਚ ਕਹਿੰਦੇ ਕਿ ਇੱਕ ਨਵੇਂ ਮਸੀਹੀ ਨੂੰ ਕੋਈ ਲੀਡਰਸ਼ਿਪ ਪੋਜੀਸ਼ਨ 'ਚ ਪਾਸਟਰ ਨਾ ਬਣਾ। ਕਿਉਂ? ਕਿਉਂਕਿ ਜੋ ਅਗਰ ਦਰਖਤ ਦੀ ਮਿਸਾਲ ਲਵੋ ਨਾ, ਅਗਰ ਇੱਕ ਛੋਟਾ ਜਿਹਾ ਪੌਦਾ ਹੈ ਨਾ, ਉਹਦੇ ਤੇ ਅਗਰ ਕੋਈ ਪਰਿੰਦਾ ਬਹਿਣ ਦੀ ਕੋਸ਼ਿਸ਼ ਕਰੇ, ਅਗਰ ਪਰਿੰਦਾ ਆਖੇ ਕਿ ਚਲੋ ਇੱਥੇ ਛੋਟਾ ਜਿਹਾ ਦਰਖਤ ਹੈ, ਮੈਂ ਇੱਥੇ ਘੋਂਸਲਾ ਨੈਸਟ ਬਣਾਉਣਾ ਹੈ ਨਾ, ਅਗਰ ਛੋਟਾ ਜਿਹਾ ਦਰਖਤ ਹੈ ਇੰਨਾ ਉੱਚਾ ਹੈ ਨਾ, ਉਹ ਡਿੱਗ ਜਾਏਗਾ ਵਜ਼ਨ ਤੇ ਥੱਲੇ ਨਾ। ਲੇਕਿਨ ਜੋ ਵੱਡਾ ਦਰਖਤ ਹੈ, ਇੱਕ ਮਜ਼ਬੂਤ ਦਰਖਤ ਜੋ ਬਹੁਤ ਸਾਲਾਂ ਤੋਂ ਵਧਣ ਡਿਆ, ਤੇ ਫਿਰ ਉੱਥੇ ਜਿੰਨੇ ਪਰਿੰਦੇ ਆਉਣ, ਜਿੰਨੇ ਘੋਂਸਲੇ ਬਣਾਉਣ, ਅਗਰ ਕੋਈ ਆਦਮੀ ਉਹਦੇ ਤੇ ਚੜ੍ਹਨਾ ਵੀ ਚਾਹੁੰਦਾ ਦਰਖਤ ਤੇ, ਦਰਖਤ ਨੂੰ ਕੁਝ ਨਹੀਂ ਹੋਗਾ। ਇੰਝ ਹੀ ਟਾਈਮ ਲੱਗਦਾ ਹੈ ਮਸੀਹੀ ਜੋ ਬੜ੍ਹੋਤਰੀ ਹੈ। ਤੇ ਮੈਂ ਆਖਿਆ ਸੀ ਕਿ ਕੀ ਨੇ ਨਿਸ਼ਾਨ ਕਿ ਕੋਈ ਵਧਿਆ ਮਸੀਹ 'ਚ, ਜਿਵੇਂ ਅਸਾਂ ਹਨਾ ਸਹੀ ਤਰ੍ਹਾਂ ਆਖਿਆ ਕਿ ਅਗਰ ਬਹੁਤ ਟਾਈਮ, ਸਿਰਫ ਟਾਈਮ ਨਹੀਂ ਦੱਸਦਾ ਅਗਰ ਕੋਈ ਵਧਿਆ ਜਾਂ ਨਹੀਂ ਹੈ ਨਾ, ਕੋਈ ਨਿਸ਼ਾਨ ਨੇ ਹੈ ਨਾ। ਜਿਵੇਂ ਅਸਾਂ ਆਖਿਆ ਰੂਹ ਦੇ ਫਲ ਅਸਾਂ ਵੇਖਣੇ ਨੇ। ਇੱਕ ਗੱਲ ਜੋ ਯਾਕੂਬ ਸਾਨੂੰ ਦੱਸਦਾ ਹੈ ਉਹ ਹੈ ਸਾਡੀ ਜ਼ੁਬਾਨ, ਅਸੀਂ ਕੀ ਆਪਣੀ ਜ਼ੁਬਾਨ ਤੇ ਅਸੀਂ ਕਾਬੂ ਰੱਖ ਸਕਦੇ ਹਾਂ। ਯਾਕੂਬ ਕਹਿੰਦਾ ਜੋ ਆਪਣੀ ਜ਼ੁਬਾਨ ਤੇ ਕਾਬੂ ਕਰ ਸਕਦਾ ਹੈ ਉਹ ਇੱਕ ਹੈ ਨਾ ਕਾਮਿਲ ਇਨਸਾਨ ਹੈ। ਆਮੀਨ। ਉਹਦੇ ਇਲਾਵਾ ਇੱਕ ਹੋਰ ਨਿਸ਼ਾਨ ਕਿ ਅਗਰ ਕੋਈ ਵਧਿਆ ਮਸੀਹ 'ਚ, ਜਦੋਂ ਮੁਸ਼ਕਿਲਾਂ ਆਉਂਦੀਆਂ ਨੇ, ਕੀ ਹੁੰਦਾ ਤੁਹਾਨੂੰ ਜਦੋਂ ਮੁਸ਼ਕਿਲਾਂ? ਬੰਦਾ ਡੋਲ ਜਾਂਦਾ ਵਾ। ਬੰਦਾ ਡੋਲ ਜਾਂਦਾ ਜੀ। ਤੇ ਹੋਣਾ ਕੀ ਚਾਹੀਦਾ? ਮਜ਼ਬੂਤ। ਉਹ ਮਜ਼ਬੂਤ, ਤੇ ਜਾਂ ਆਪਣੇ ਨਾਲ ਦੇ ਨੂੰ ਦੇਖ ਵੀ ਲਵੇ ਤੇ ਉਹਨੂੰ ਕਲਾਮ ਦੁਆਰਾ ਮਜ਼ਬੂਤ ਕਰੇ। ਅਸੀਂ ਪਰਮੇਸ਼ਰ ਦੇ ਵਚਨ 'ਚ ਲਿਖਿਆ, ਦੁੱਖ ਵਿੱਚ ਮੈਂ ਤੇਰੇ ਅੰਗ ਸੰਗ ਆ, ਜਿੱਦਾਂ ਜ਼ਬੂਰ 'ਚ ਲਿਖਿਆ 91 'ਚ। ਜੀ, ਅਸੀਂ ਵੇਖਣਾ ਇੱਕ ਆਇਤ ਯਾਕੂਬ ਦਾ ਖਤ, ਉਹਦਾ ਪਹਿਲਾ ਅਧਿਆਇ। ਯਾਕੂਬ ਦਾ ਖਤ ਉਹਦਾ ਪਹਿਲਾ ਅਧਿਆਇ, ਤੇ ਲਾਡੀ ਭਾਈ ਤੁਸੀਂ ਪੜੋ। Which would be in English? James chapter 1. Okay. ਯਾਕੂਬ ਇਬਰਾਨੀਆਂ ਦੇ ਬਾਅਦ। ਆਇਤ ਤੁਸੀਂ ਟ੍ਰੇਨ ਸਟੇਸ਼ਨ ਤੇ ਹੋ ਭਾਈ? ਨਹੀਂ, ਮੈਂ ਬਾਹਰ ਆ ਨਾ, ਥੋੜਾ ਲੇਟ ਹੋ ਗਿਆ ਸੀ, ਤਾਂ ਹੀ ਮੈਂ ਹੈਡਫੋਨ ਲਾਏ ਦੇ, ਮੈਂ ਸੁਣਦਾ ਪਿਆ ਖਲੋ ਕੇ। ਅੱਛਾ। ਯਾਕੂਬ ਪਹਿਲਾ ਅਧਿਆਇ ਉਹਦੀ ਦੂਜੀ ਤੇ ਤੀਜੀ ਆਇਤ। ਜੀ, ਯਾਕੂਬ ਪਹਿਲਾ ਅਧਿਆਇ ਦੂਜੀ ਤੇ ਤੀਜੀ, ਠੀਕ ਹੈ ਜੀ। ਮੇਰੀ ਆਵਾਜ਼ ਕਲੀਅਰ ਸੁਣਦੀ ਹੈ ਨਾ? ਜੀ ਜੀ ਜੀ। ਉਹਦੀ ਦੂਜੀ ਤੇ ਤੀਜੀ ਆਇਤ। ਜੀ। ਹੈ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹਨੂੰ ਪੂਰੇ ਆਨੰਦ ਦੀ ਗੱਲ ਸਮਝੋ, ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ। ਆਮੇਨ। ਚੌਥੀ ਆਇਤ ਪੜ੍ਹ ਲਓ। ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ, ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਆਮੇਨ। ਤਾਂ ਕਿ ਤੁਹਾਨੂੰ ਕਿਸੇ ਸ਼ੈ ਦਾ ਘਾਟਾ ਨਾ ਹੋਵੇ। ਘਾਟਾ ਦਾ ਮਤਲਬ ਤੌਰ ਤੇ ਤੁਹਾਡੀ ਬੜ੍ਹੋਤਰੀ 'ਚ ਕੋਈ ਲੋਸ। ਹਾਂ, ਗਰੋਥ ਜੀ, ਹੈਨਾ। ਤੇ ਜਦੋਂ ਮੁਸੀਬਤਾਂ ਆਉਂਦੀਆਂ ਨੇ, ਜਦੋਂ ਕੋਈ ਤੁਹਾਡੇ ਬਾਰੇ 'ਚ ਕੁਝ ਕਹਿੰਦਾ ਕਿ ਤੁਸੀਂ ਹੈਨਾ, ਜਿਵੇਂ ਯਾਕੂਬ ਕਹਿੰਦੇ ਤੁਸੀਂ ਇੰਝ ਤੁਹਾਡਾ ਹੁੰਦਾ ਰਿਸਪੌਂਡ
ਜਦੋਂ ਕੋਈ ਤੁਹਾਡੇ ਬਾਰੇ 'ਚ ਕੁਝ ਗਲਤ ਕਹਿੰਦਾ ਹੈ, ਕੀ ਤੁਸੀਂ ਸੋਚਦੇ ਹੋ ਕਿ ਹਾਂ ਖੁਦਾ ਸ਼ੁਕਰੀਆ ਕਿ ਮੇਰੇ ਕੋਲ ਇੱਕ ਮੌਕਾ ਹੈ ਕਿ ਮੈਂ ਆਪਣੀ ਧੀਰਜ 'ਚ ਮੈਂ ਵਧਾਂ, ਕਿਉਂਕਿ ਯਾਕੂਬ ਕਹਿੰਦੇ ਕਿ ਜਦੋਂ ਸਾਡੀ ਸੋਚਾਂ ਇੰਝ ਹੋਣਗੀਆਂ, ਕਹਿੰਦੇ ਫਿਰ ਅਸੀਂ ਵਧਾਂਗੇ ਰੂਹਾਨੀ ਤੌਰ ਤੇ ਅਸੀਂ ਕਿਸੇ ਸ਼ੈ 'ਚ ਘਾਟਾ ਨਹੀਂ ਹੋਏਗਾ ਸਾਡੀ ਬੜ੍ਹੋਤਰੀ 'ਚ। ਸਹੀ ਤੇ ਕਲਾਮ 'ਚ ਹੋਰ ਵੀ ਅਲੱਗ ਸ਼ੈਵਾਂ ਨੇ ਜੋ ਸਾਨੂੰ ਵਿਖਾਉਂਦੀਆਂ ਨੇ ਕਿ ਮੈਚੋਰ ਕਿ ਅਗਰ ਬੜ੍ਹੋਤਰੀ ਹੋਣੀ ਹੈ ਸਾਡੀ ਰੂਹਾਨੀ ਤੌਰ ਤੇ ਕੀ ਨਜ਼ਰ ਆਏਗਾ ਸਾਡੀ ਜ਼ਿੰਦਗੀ 'ਚ। ਤਾਂ ਫਿਰ ਮੈਂ ਸ਼ੇਅਰ ਕਰਾਂ ਇਹ ਗੱਲ? ਅਗਰ ਬਾਅਦ 'ਚ ਸ਼ੇਅਰ ਕਰੋ ਕਿਉਂਕਿ ਬਸ ਥੋੜੇ ਮਿੰਟ ਰਹਿੰਦੇ ਨੇ। ਅੱਛਾ ਅੱਛਾ ਜੀ ਯਾਦ ਕਰਾਣਾ ਮੈਨੂੰ ਆਖਰ 'ਚ। ਅੱਛਾ ਜੇ ਮੈਨੂੰ ਚੇਤਾ ਰਹਿ ਜੂ। ਜੀ ਤੇ ਮੈਂ ਇਹ ਅਸਾਂ ਵੇਖਿਆ ਤੇ ਮੈਂ ਇਹ ਵੀ ਪੁੱਛਿਆ ਸੀ ਕਿ ਮੈਨੂੰ ਦੱਸੋ ਕਿੱਥੋਂ ਬੜ੍ਹੋਤਰੀ ਆਉਂਦੀ ਹੈ, ਕੀ ਕਰਨਾ ਹੋਵੇਗਾ ਮੈਨੂੰ ਤਾਂ ਕਿ ਬੜ੍ਹੋਤਰੀ ਹੋ। ਤੇ ਜਿਵੇਂ ਅਸਾਂ ਸਾਰੇ ਆਖਿਆ ਕਲਾਮ ਕਲਾਮ ਦਾ ਸਾਨੂੰ ਪਤਾ ਹੈ ਕਿ ਕਲਾਮ ਦੇ ਦੁਆਰਾ ਸਾਡੀ ਆਤਮਿਕ ਬੜ੍ਹੋਤਰੀ ਹੁੰਦੀ ਹੈ। ਕਿਸੇ ਨੂੰ ਕੋਈ ਯਾਦ ਆਂਦੇ ਕਲਾਮ 'ਚ ਕੀ ਲਿਖਿਆ ਹੈ, ਬਾਈਬਲ 'ਚ ਕੀ ਲਿਖਿਆ ਜੋ ਸਾਨੂੰ ਦੱਸਦਾ ਹੈ ਕਿ ਕਲਾਮ ਦੇ ਦੁਆਰਾ ਆਤਮਿਕ ਬੜ੍ਹੋਤਰੀ ਹੁੰਦੀ ਹੈ? ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿੱਥੇ ਲਿਖਿਆ ਹੈ, ਲੇਕਿਨ ਬਸ ਦੱਸੋ ਕਿ ਇੱਕ ਆਇਤ ਹੈ ਇੰਜ। हाँ, रूहानी तरक्की जैसे मेल मिलाप रखो और रूहानी तरक्की होती जाएगी। ये पलूस ने लिखा है किस लेटर में ना। ਮੇਲ ਮਿਲਾਪ ਰੱਖੋ, ਉਹ ਤੇ ਫਿਰ ਮੈਨੂੰ ਨਹੀਂ ਪਤਾ ਉਹ ਕੌਣ ਸੀ ਹੈ, ਲੇਕਿਨ ਉਹ ਤਾਂ ਫਿਰ ਸੰਗਤ ਦੀ ਗੱਲ ਹੋਣੀ ਹੈ ਨਾ, ਕਲਾਮ ਦੀ। ਕਿਸ ਨੂੰ ਯਾਦ ਆਣੀ ਕਿ ਕਲਾਮ यह वचन में लिखा है खुदा का कलाम हमारे लिए रोशनी है। ਹਾਂ ਉਹ ਅਸੀਂ ਵੇਖ ਸਕਦੇ ਹਾਂ ਕਿ ਕਲਾਮ ਸਾਡੀ ਸੋਚਾਂ ਤੇ ਅਸਰ ਕਰਦਾ ਹੈ ਸਾਡੇ ਲਈ ਰੋਸ਼ਨੀ ਹੈ, ਸਾਨੂੰ ਵਿਖਾਉਂਦਾ ਹੈ ਰਸਤਾ। ਅਸਾਂ ਕਿਸੇ ਕਲਾਮ ਪਰਮੇਸ਼ਰ ਦਾ ਕਲਾਮ ਮੂਰਖਾਂ ਨੂੰ ਅਕਲ ਬੁੱਧੀ ਦਿੰਦਾ। ਹਾਂ ਜੀ, ਇਹ ਕਹੋਤਾਂ 'ਚ ਇੱਕ ਦੋ ਜਗ੍ਹਾ ਲਿਖਿਆ ਹੈ, ਕਹੋਤਾਂ 'ਚ ਕਾਫੀ ਦਫਾ 119 ਜ਼ਬੂਰ 'ਚ ਲਿਖਿਆ ਹੈ। ਅੱਛਾ ਹਾਂਜੀ ਸਹੀ। ਤੇ ਦੂਜੀ ਗੱਲ ਸੀ ਦੁਆ, ਇਸ ਨੂੰ ਪਤਾ ਹੈ ਕਿ ਕਈ ਦੁਆ ਦੇ ਬਾਰੇ 'ਚ ਕੀ ਲਿਖਿਆ ਹੈ? ਜਾਂ ਦੁਆ ਦੇ ਇਲਾਵਾ ਅਗਰ ਮੈਂ ਆਖਾਂ ਖੁਦਾ ਨਾਲ ਸੰਗਤ। रूहानी बेदारी के बारे में लिखा हुआ है और खुदा के नजदीक जाओ, खुदा तुम्हारे नजदीक आएगा। ਹਾਂ ਜੀ, ਯਾਕੂਬ ਇਹ ਸਾਨੂੰ ਦੱਸਦਾ ਹੈ ਕਿ ਖੁਦਾ ਦੇ ਜਦੋਂ ਅਸੀਂ ਨੇੜੇ ਆਵਾਂਗੇ ਉਹ ਸਾਡੇ ਨੇੜੇ ਆਏਗਾ। ਜੀ ਬਾਜੀ ਪੂਨਮ। जी और ये भी है कि लिखा कलाम की ये जबूरों में है कि धन है जिसਨੂੰ खुदा अपने कोल आन दिंदा है। ਹਾਂ ਜੀ ਖੁਦਾ ਨਾਲ ਸੰਗਤ ਜਦੋਂ ਅਸੀਂ ਦੁਆ 'ਚ ਵਕਤ ਗੁਜ਼ਾਰਾਂਗੇ, ਖੁਦਾ ਨਾਲ ਸੰਗਤ ਹੋ ਗਈ ਤੇ ਸਾਡੀ ਆਤਮਿਕ ਬੜ੍ਹੋਤਰੀ ਹੋ ਗਈ। ਸਹੀ। ਤੇ ਤੀਜੀ ਗੱਲ ਸੀ ਮਸੀਹੀ ਸੰਗਤ। ਅੱਜ ਸ਼ਬਾਨਾ ਨੇ ਇੱਕ ਜ਼ਿਕਰ ਕੀਤਾ ਸੀ ਆਇਤ, ਅਸੀਂ ਥੋੜੀ ਆਇਤਾਂ ਵੇਖਨੇ ਆ ਜੋ ਵਿਖਾਉਂਦਾ ਸਾਨੂੰ ਕਿ ਮਸੀਹੀ ਸੰਗਤ ਜਦੋਂ ਹੁੰਦੀ ਹੈ ਸਾਡੀ, ਅਸੀਂ ਵਧਾਂਗੇ। ਅਗਰ ਮੈਂ ਇੱਕ ਦਿਨ ਦਾ ਮਸੀਹੀ ਲਵਾਂ ਤੇ ਉਹਦੀ ਮਸੀਹੀ ਸੰਗਤ ਨਾ ਹੋ 15 ਸਾਲ ਬਾਅਦ ਉਹ ਇੰਨਾ ਅੱਗੇ ਨਹੀਂ ਵਧਿਆ ਹੋਵੇਗਾ। ਅਸੀਂ ਵੇਖਨੇ ਪਹਿਲਾਂ ਕਰੰਥੀਆਂ ਦੇ ਨਾਂ ਪਹਿਲਾ ਖਤ, ਕਰੰਥੀਆਂ ਦੇ ਨਾਂ ਪਹਿਲਾ ਖਤ। ਅਸੀਂ ਇਹ ਆਇਤ ਅਸਾਂ ਸੁਣਿਆ ਬਹੁਤ ਦਫਾ ਪਹਿਲਾਂ ਵੀ। ਕਰੰਥੀਅਸ ਦੇ ਨਾਂ ਪਹਿਲਾ ਖਤ ਤੇ ਲਾਡੀ ਭਾਈ ਮਾਈਕ ਖੋਲ ਕੇ ਰੈਡੀ ਨੇ। 15 ਅਧਿਆਏ ਜੀ 15 ਅਧਿਆਏ ਦੀ 33 ਆਇਤ। ਮਿਲ ਗਈ ਸਾਰਿਆਂ ਨੂੰ? हाँ जी ਹੈਲੋ हाँ जी मिल ਜੀ। गई। ਧੋਖਾ ਨਾ ਖਾਓ, ਬੁਰੀ ਸੰਗਤ ਚੰਗੇ ਚਾਲ ਚਲਨ ਨੂੰ ਵਿਗਾੜ ਦਿੰਦੀ ਹੈ। ਆਮੀਨ ਆਮੀਨ। ਇਹ ਸਾਨੂੰ ਪਤਾ ਹੈ ਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੰਗਤ ਬਸ ਇਹ ਨਹੀਂ ਹੈ ਜਿਨ੍ਹਾਂ ਲੋਕਾਂ ਨਾਲ ਮੈਂ ਮਿਲਣਾ। ਅਗਰ ਮੈਂ ਕਹਿੰਦਾ ਕਿ ਨਹੀਂ ਮੈਂ ਤੇ
ਸ਼ਰਾਬੀਆਂ ਨਾਲ ਨਹੀਂ ਮਿਲਦਾ, ਜੋ ਗਾਲੀ ਦਿੰਦੇ ਨੇ ਉਹਨਾਂ ਦੀ ਸੰਗਤ 'ਚ ਮੈਂ ਨਹੀਂ ਬਹਿੰਦਾ। ਲੇਕਿਨ ਫਿਰ ਮੈਂ ਘਰ ਜਾ ਕੇ ਮੈਂ ਜੋ ਟੀਵੀ ਵੇਖਣਾ, YouTube ਤੇ ਵੇਖਣਾ, ਸ਼ਰਾਬੀਆਂ ਨੂੰ ਵੇਖਣਾ, ਉਹ ਗੱਲਾਂ ਕਰਨ ਦੇ ਨੇ, ਉਹ ਹਸੀ ਮਜ਼ਾਕ ਕਰਨ ਦੇ ਨੇ, ਗੰਦੇ ਮਜ਼ਾਕ ਕਰਨ ਦੇ ਨੇ, ਫਜ਼ੂਲ ਦੀ ਗੱਲਾਂ ਕਰਨ ਦੇ ਨੇ, ਦੁਨਿਆਵੀ ਗੱਲਾਂ ਕਰਨ ਦੇ ਨੇ, ਤੇ ਮੈਂ ਬਹਿ ਕੇ ਸੁਣਨ ਡਿਆ ਤੇ ਮੈਂ ਬਹੁਤ ਇੰਜੋਏ ਕਰਨ ਡਿਆ। ਇਹ ਕੋਈ ਫਰਕ ਨਹੀਂ ਹੈ, ਮੈਂ ਉਹਨਾਂ ਦੀ ਸੰਗਤ 'ਚ ਬੈਠਾ। ਅਗਰ ਮੈਂ ਕਹਾਂ ਕਿ ਮੈਂ ਜੋ ਜੀ ਬਾਜੀ ਨੂੰ ਕੁਝ ਕਹਿਣਾ ਸੀ? नहीं नहीं ਅੱਛਾ, ਅਗਰ ਮੈਂ ਕਹਾਂ ਕਿ ਜੋ ਗੰਦੀ ਨਜ਼ਰ ਨਾਲ ਔਰਤਾਂ ਨੂੰ ਵੇਖਦੇ ਨੇ, ਜੋ ਗੰਦੀ ਮਜ਼ਾਕ ਕਰਦੇ ਨੇ, ਉਹਨਾਂ ਦੀ ਸੰਗਤ 'ਚ ਮੈਂ ਨਹੀਂ ਬਹਿੰਦਾ। ਲੇਕਿਨ ਫਿਰ ਮੈਂ ਘਰ ਜਾ ਕੇ ਮੈਂ ਸੌਂਗਸ ਸੁਣਨਾ, ਲੋਕਾਂ ਤੋਂ ਜੋ ਗੰਦੀ ਗੰਦੀ ਸ਼ੈਵਾਂ ਦੇ ਬਾਰੇ 'ਚ ਗਾਉਂਦੇ ਨੇ ਤੇ ਮਿਊਜ਼ਿਕ ਬਣਾਈ ਹੈ ਉਹਨਾਂ ਨੇ, ਮੈਂ ਉਹਨਾਂ ਦੀ ਸੰਗਤ 'ਚ ਬੈਠਾ ਤੇ ਉਹ ਮੇਰੇ ਤੇ ਅਸਰ ਕਰੇਗਾ। ਲੇਕਿਨ ਜਦੋਂ ਤੁਸੀਂ ਚੰਗੀ ਸੰਗਤ 'ਚ ਹੋ, ਜਦੋਂ ਤੁਸੀਂ ਇੱਕ ਮਜ਼ਬੂਤ ਮਸੀਹੀ ਨਾਲ ਟਾਈਮ ਸਪੈਂਡ ਕਰਨ ਦਿਓ, ਵਕਤ ਗੁਜ਼ਾਰਨ ਦਿਓ, ਗੱਲਬਾਤ ਕਰਨ ਦਿਓ, ਉਹਨਾਂ ਦੀ ਸੰਗਤ 'ਚ ਹੋ, ਤੇ ਕੀ ਹੁੰਦਾ? ਅਸੀਂ ਵੇਖੀਏ ਰਸੂਲਾਂ ਦੇ ਕਰਤੱਵ ਉਹਦਾ 4 ਅਧਿਆਇ। ਮੈਂ ਦੱਸਾਂ ਕਿ ਕੀ ਹੋਇਆ ਹਾਲੇ ਤੱਕ। ਉਹ ਗਏ ਸੀ ਹੈਕਲ 'ਚ, ਹਨਾ, ਉਹਨਾਂ ਨੇ ਸ਼ਿਫਾ ਦਿੱਤੀ ਇੱਕ ਲੰਗੜੇ ਨੂੰ, ਤੇ ਜੋ ਫਰੀਸੀ ਸਨ, ਕਾਹਨ, ਉਹ ਖੁਸ਼ ਨਹੀਂ ਸਨ ਕਿਉਂਕਿ ਪਤਰਸ ਤੇ ਯਹੋਨਾ ਪ੍ਰਚਾਰ ਕਰਨ ਦੇ ਸੀ ਯਿਸੂ ਦੇ ਬਾਰੇ 'ਚ, ਤੇ ਉਹਨਾਂ ਨੂੰ ਅਲੱਗ ਕੀਤਾ। ਉਹਨਾਂ ਨੂੰ ਆਖਿਆ ਕਿ ਤੁਸੀਂ ਇੰਝ ਨਾ ਕਰੋ, ਕਿਉਂ ਪ੍ਰਚਾਰ ਕਰਨ ਦਿਓ ਇਹ ਤੇ ਉਹ। ਤੇ ਫਿਰ ਕੀ ਲਿਖਿਆ ਕਿ ਕਾਹਨਾਂ ਨੇ, ਫਰੀਸੀਆਂ ਨੇ ਕੀ ਵੇਖਿਆ? 13 ਆਇਤ 'ਚ ਪੜ੍ਹੋ। ਜਦੋਂ ਉਹਨਾਂ ਨੇ ਪਤਰਸ ਅਤੇ ਯਹੂਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ, ਫਿਰ ਉਹਨੂੰ ਪੁੱਛਿਆ ਕਿ ਇਹ ਦੋਨੋਂ ਯਿਸੂ ਦੇ ਨਾਲ ਰਹੇ ਸਨ। ਆਮੀਨ। ਫਰੀਸੀਆਂ ਨੇ ਕੀ ਵੇਖਿਆ? ਕਿ ਯਿਸੂ ਦੇ ये ਨਾਲ अनपढ़ ਰਹਿੰਦੇ ਸਨ। अनपढ़ है ना, अनपढ़ लोग हैं ये। ਹਾਂ, ਉਹ ਤੇ ਵੇਖਿਆ ਸੀ, ਲੇਕਿਨ ਉਹਨਾਂ ਨੇ ਇਹ ਵੀ ਵੇਖਿਆ ਕਿ ਨਹੀਂ, यीशु मसीह के साथ रहते थे। ਹਾਂ, ਕਿ ਲੋਕੀ ਸਾਡੇ ਬਾਰੇ 'ਚ ਕਹਿ ਸਕਦੇ ਨੇ ਸਾਨੂੰ ਵੇਖ ਕੇ ਇਹ ਯਿਸੂ ਮਸੀਹ ਦੇ ਨਾਲ ਇਹਨੇ ਵਕਤ ਗੁਜ਼ਾਰਿਆ, ਜਾਂ ਇਹਨੇ ਕੋਈ ਸਟਰੋਂਗ ਮਸੀਹੀ ਨਾਲ ਵਕਤ ਗੁਜ਼ਾਰਿਆ। ਕਿਉਂਕਿ ਸੱਚ ਹੈ ਕਿ ਅਗਰ ਅਸੀਂ ਮਸੀਹੀ ਸੰਗਤ ਸਾਡੀ ਨਹੀਂ ਹੁੰਦੀ ਨਾ, ਖੁਦਾ ਦਾ ਸ਼ੁਕਰ ਹੈ ਅਸੀਂ ਜ਼ੂਮ ਦੇ ਜ਼ਰੀਏ ਹਨਾ ਬਾਈਬਲ ਸਟੱਡੀ ਲਈ ਅਸੀਂ ਹਫਤੇ ਦੇ ਹਰ ਦਿਨ ਹਨਾ ਅਸੀਂ ਟਾਈਮ ਕੱਢਨੇ ਆ, ਤੇ ਖੁਦਾ ਦਾ ਸ਼ੁਕਰ ਹੈ ਇਸ ਗੱਲ ਲਈ ਹਨਾ। ਤੇ ਪਲੂਸ ਯਸੂ ਨੇ ਅਲੱਗ ਕੀਤੇ ਸੀ 12 ਲੋਕੀ, ਤੇ ਉਹਨਾਂ ਨਾਲ ਹਰ ਦਿਨ 3 ਸਾਲਾਂ ਲਈ ਉਹ ਰਹਿੰਦਾ ਸੀ। ਤੇ 3 ਸਾਲਾਂ ਦੇ ਆਖਰ 'ਚ ਜਦੋਂ ਪਾਕ ਰੂਕ ਲਾਇਆ ਆਖਰ 'ਚ, ਤੇ ਫਰੀਸੀਆਂ ਨੇ ਵੇਖਿਆ ਕਿੰਨਾ ਕਿ ਇਹ ਆਮ ਲੋਕੀ ਨਹੀਂ ਹਨ, ਇਹ ਯਸੂ ਦੇ ਨਾਲ ਸਨ। ਇਹਦੇ ਅਸੀਂ ਇੱਕ ਹੋਰ ਵੇਖਦੇ ਹਾਂ ਕਿ ਸਾਡੀ ਐਵਰੀਡੇ ਲਾਈਫ, ਸਾਡੀ ਮਸੀਹੀ ਜੀਵਨ 'ਚ ਇਹ ਕਿੰਜੇ ਲਾਗੂ ਹੁੰਦਾ। ਇਹ ਮੈਂ ਬਾਈਬਲ 'ਚ ਮੈਂ ਵੇਖਣਾ, ਤੇ ਜੋ ਬਾਈਬਲ ਕਾਲਜ 'ਚ ਮੈਂ ਇਹ ਜ਼ਿਕਰ ਇਹਦਾ ਸੁਣਿਆ ਸੀ ਤੇ ਵੇਖਿਆ ਹੈ। ਲੇਕਿਨ ਸਾਡੇ ਜੋ ਦੇਸੀ ਜੋ ਚਰਚਿਸ ਨੇ ਇਹਦੇ 'ਚ ਮੈਂ ਕਦੀ ਜ਼ਿਕਰ ਨਹੀਂ ਕੀਤਾ, ਮੈਂ ਵੇਖਿਆ ਨਹੀਂ। ਤੇ ਇਹ ਕੀ ਹੈ? ਮੈਨੂੰ ਪਤਾ ਕਹਿੰਦੇ ਡਿਸਾਈਪਲਸ਼ਿਪ ਇੰਗਲਿਸ਼ 'ਚ। ਉਹਨੂੰ ਕੀ ਅਸੀਂ ਕਹਿ ਸਕਦੇ ਮੰਮੀ? ਸ਼ਾਗਿਰਦੀ ਹੈ ਨਾ। ਕਿ ਜਦੋਂ ਇੱਕ ਮਸੀਹੀ ਜੋ
15 ਸਾਲ ਤੋਂ ਮਸੀਹੀ ਹੈ ਹਨਾ, ਜਿਹਦੇ ਜ਼ਿੰਦਗੀ 'ਚ ਹਲ ਨਜ਼ਰ ਆਉਂਦੇ ਨੇ, ਜਿਹਦੀ ਜ਼ਿੰਦਗੀ 'ਚ ਬੜ੍ਹੋਤਰੀ ਦੇ ਨਿਸ਼ਾਨ ਨਜ਼ਰ ਆਉਂਦੇ ਨੇ, ਕਿ ਉਹ ਇੱਕ ਨਵਾਂ ਮਸੀਹੀ ਉਹਨੂੰ ਆਖੇ ਕਿ ਚਲੋ ਮੈਂ ਨਾ ਤੇਰੇ ਨਾਲ ਟਾਈਮ ਸਪੈਂਡ ਕਰਨਾ, ਅਸੀਂ ਹਫ਼ਤੇ 'ਚ ਇੱਕ ਵਾਰ ਅਸੀਂ ਮਿਲਨੇ ਆ ਤੇ ਅਸੀਂ ਗੱਲਬਾਤ ਕਰਾਂਗੇ, ਤਾਂ ਕਿ ਮੈਨੂੰ ਪਤਾ ਚੱਲੇ ਕਿ ਹਨਾ ਤੇਰਾ ਕੀ ਪ੍ਰੋਬਲਮਸ ਨੇ, ਤੈਨੂੰ ਸਮਝ ਆਉਣ ਦੀ ਹੈ ਕੋਈ ਕੀ ਪਰੇਸ਼ਾਨੀਆਂ ਨੇ, ਮੈਂ ਤੇਰੀ ਹੈਲਪ ਕਰਨਾ, ਮੈਂ ਤੇਰੇ ਨਾਲ ਦੁਆ ਕਰਨਾ ਤੇ ਤੈਨੂੰ ਸਿਖਾਉਣਾ ਨਾ। ਇੰਜ ਹੋਣਾ ਚਾਹੀਦਾ, ਖੁਦਾ ਇੰਜ ਚਾਹੁੰਦਾ। ਲੇਕਿਨ ਮੈਂ ਕਦੀ ਮੈਂ ਬਹੁਤ ਘੱਟ ਵੇਖਿਆ, ਐਕਚੁਅਲੀ ਦੇਸੀ ਚਰਚ 'ਚ ਮੈਂ ਕਦੀ ਵੇਖਿਆ ਨਹੀਂ। ਮੈਂ ਬਾਈਬਲ ਕਾਲਜ 'ਚ ਚਰਚਿਸ 'ਚ ਵੇਖਿਆ ਸੀ। ਅਸੀਂ ਅਗਰ ਵੇਖੀਏ ਤੀਤਸ ਟਿਮੋਥੀਅਸ ਦੇ ਬਾਅਦ ਆਉਂਦਾ, ਹਾਂ ਇਬਰਾਨੀਆਂ ਤੋਂ ਪਹਿਲਾਂ, ਤੀਤਸ ਦੇ ਨਾਂ ਖਤ ਉਹਦਾ 2 ਅਧਿਆਇ। ਲਾਡੀ ਭਾਈ ਤੁਸੀਂ ਪੜ੍ਹ ਸਕਦੇ ਹੋ ਸਾਡੇ ਲਈ? ਜੀ ਆਇਤ ਕਿੰਨਵੀਂ ਆਇਤ? ਇਹਦੀ 2 ਅਧਿਆਇ, ਇਹਦੀ 3 ਤੋਂ 5 ਆਇਤ। ਜੀ ਇਸੇ ਪ੍ਰਕਾਰ ਬਜ਼ੁਰਗ ਔਰਤਾਂ ਦਾ ਚਾਲ ਚੱਲਣ ਵੀ ਆਦਰ ਵਾਲਾ ਹੋਵੇ, ਉਹ ਨਾ ਦੋਸ਼ ਲਾਉਣ ਵਾਲੀਆਂ, ਨਾ ਸ਼ਰਾਬ ਪੀਣ ਵਾਲੀਆਂ, ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ। ਭਾਈ ਜਵਾਨ ਇਸਤਰੀਆਂ ਨੂੰ ਅਜਿਹੀ ਸਿੱਖਿਆ ਦੇਣ ਜੋ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, ਸਮਝਦਾਰ ਪਵਿੱਤਰ ਘਰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਪਰਮੇਸ਼ਵਰ ਦੇ ਵਚਨ ਦੀ ਨਿੰਦਿਆ ਨਾ ਹੋਵੇ। ਆਮੇਨ। ਆਮੇਨ। ਲਾਡੀ ਭਾਈ ਬਹੁਤ ਖੁਸ਼ ਹੋਏ ਸੀ ਪੜ੍ਹ ਕੇ। ਯਸ ਆਮੇਨ। ਤੇ ਅਸੀਂ ਵੇਖਨੇ ਆ ਪਲੂਸਲ ਕਹਿੰਦੇ ਕਿ ਬੜ੍ਹੋਤਰੀ ਕਿੰਜੇ ਹੋਏਗੀ ਜੋ ਜਵਾਨ ਔਰਤਾਂ ਨੇ, ਕਿ ਜੋ ਉਹਨਾਂ ਤੋਂ ਹੋਰ ਅੱਗੇ ਨੇ, ਜੋ ਬਹੁਤ ਸਾਲਾਂ ਤੋਂ ਹਨਾ ਮਸੀਹ 'ਚ ਚੱਲਣ ਦੇ ਨੇ, ਬਹੁਤ ਸਾਲਾਂ ਤੋਂ ਇੱਕ ਮਸੀਹੀ ਔਰਤ ਦੀ ਚਾਲ ਚੱਲਣ ਦੇ ਨੇ। ਪਲੂਸਲ ਕਹਿੰਦੇ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ, ਜੋ ਜਵਾਨ ਨੇ, ਜਿਨ੍ਹਾਂ ਨੂੰ ਇੰਨਾ ਨਹੀਂ ਪਤਾ, ਉਹਨਾਂ ਨਾਲ ਚੱਲਣਾ ਹੈ, ਉਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਜਿਵੇਂ ਯਸੂ ਆਪਣੇ ਸ਼ਾਗਿਰਦਾਂ ਨੂੰ ਸਿੱਖਿਆ ਦਿੰਦਾ ਸੀ। ਇੰਝ ਹੀ ਸਾਨੂੰ ਵੀ ਚਾਹੀਦਾ ਕਿ ਅਸੀਂ ਜੋ ਸਾਡੇ ਤੋਂ ਹੋਰ ਅੱਗੇ ਨੇ, ਉਹਨਾਂ ਨਾਲ ਅਸੀਂ ਟਾਈਮ ਸਪੈਂਡ ਕਰੀਏ, ਉਹਨਾਂ ਨਾਲ ਅਸੀਂ ਗੱਲਬਾਤ ਕਰੀਏ, ਪ੍ਰੋਬਲਮਸ ਹੋਣ, ਸਵਾਲ ਹੋਣ, ਉਹਨਾਂ ਕੋਲ ਜਾਓ। ਤੇ ਨਾਲੇ ਤੁਸੀਂ ਵੇਖੋ ਮੇਰੇ ਤੋਂ ਪਿੱਛੇ ਕੌਣ ਨੇ, ਕੋਈ ਹੈ ਜੋ ਥੋੜੀ ਦੇਰ ਪਹਿਲਾਂ ਮਸੀਹੀ ਬਣਿਆ, ਇੰਨਾ ਨਹੀਂ ਜਾਣਦਾ ਕਲਾਮ ਦੇ ਬਾਰੇ 'ਚ, ਕਿ ਮੈਂ ਉਹਨਾਂ ਦੀ ਹੈਲਪ ਕਰ ਸਕਣਾ, ਕਿ ਮੈਂ ਉਹਨਾਂ ਨੂੰ ਉੱਤੇ ਖਿੱਚ ਸਕਣਾ ਹਨਾ। ਮੈਂ ਇਸ ਸਾਲ 'ਚ ਹੀ ਖੁਦਾ ਨੇ ਦਿਲ 'ਚ ਪਾਇਆ ਸੀ, ਮੇਰੇ ਬਾਈਬਲ ਕਾਲਜ 'ਚ ਹੈ ਇੱਕ ਮੇਰਾ ਦੋਸਤ ਹਨਾ, ਉਹ ਮੇਰੇ ਤੋਂ ਵੱਡਾ ਹੈ ਕਾਫੀ, ਤੇ ਉਹ ਹੈ ਗੋਰਾ ਹੈ, ਤੇ ਉਹਦੀ ਵਾਈਫ ਜੋ ਹੈ ਉਹ ਹੈ ਵੀਲ ਚੇਅਰ 'ਚ, ਤੇ ਅਸੀਂ ਦੁਆ ਕਰਨ ਡਿਆ ਕਿ ਉਹ ਚਲੇ। ਅਸੀਂ ਚਾਹੁੰਦੇ ਹਾਂ ਕਿ ਹਨਾ ਉਹਦੀ ਲੱਤਾਂ ਬਿਲਕੁਲ ਠੀਕ ਹੋਣ, ਤੇ ਅਸੀਂ ਇਹੀ ਮਾਨ ਰੱਖਦੇ ਹਾਂ। ਤੇ ਬਾਈਬਲ ਕਾਲਜ 'ਚ ਹਰ ਦਿਨ ਆਉਂਦਾ ਸੀ, ਤੇ ਗੱਡੀ ਤੋਂ ਉਹਨੂੰ ਚੁੱਕਦਾ ਸੀ, ਵੀਲ ਚੇਅਰ 'ਚ ਪਾਉਂਦਾ ਸੀ, ਅੰਦਰ ਲੈ ਕੇ ਜਾਂਦਾ ਸੀ, ਹਮੇਸ਼ਾ ਖੁਸ਼ ਹੁੰਦਾ ਸੀ। ਜਦੋਂ ਵੀ ਟਾਇਲਟ ਜਾਣਾ ਹੋ ਉਹਨੂੰ ਲੈ ਕੇ ਜਾਂਦਾ ਸੀ ਟਾਇਲਟ। ਰਾਤ ਨੂੰ ਕਦੀ ਐਕਚੁਅਲੀ ਹਰ ਰਾਤ ਤਕਰੀਬਨ ਉਹਨੂੰ ਉੱਠਣਾ ਹੁੰਦਾ, ਉਹਨੂੰ ਟਾਇਲਟ ਲੈ ਕੇ ਜਾਣ ਲਈ, ਕਦੀ ਕਦੀ ਉਹਨੂੰ ਖਿਲਾਣਾ ਹੁੰਦਾ ਆਪਣੀ ਬੀਵੀ ਨੂੰ, ਲੇਕਿਨ ਇਹ ਬੰਦਾ ਹਮੇਸ਼ਾ ਖੁਸ਼ ਹੁੰਦਾ ਸੀ। ਤੇ ਇਹ ਮੈਂ ਵੇਖਦਾ ਸੀ, ਇਹਦੀ ਬਹੁਤ ਵੱਡੀ ਬਿਜ਼ਨਸ ਹੈ, ਇਹਦੀ ਇਹ ਚਲਾਉਂਦਾ ਹੈ, ਬਹੁਤ ਪੈਸੇ ਕਮਾਉਂਦਾ ਹੈ, ਅਤੇ ਇਹ ਨਹੀਂ ਕਹਿੰਦਾ, ਬਹਾਨਾ ਬਣਾਉਂਦਾ ਕਿ ਅਰੇ ਯਾਰ ਹਨਾ ਮੇਰੀ ਇਹ ਬੀਵੀ ਦੀ ਇਹ ਪ੍ਰੋਬਲਮ ਹੈ, ਮੈਨੂੰ ਖੁਦ ਇਹਦੀ ਦੇਖਭਾਲ ਕਰਨੀ ਹੁੰਦੀ, ਮੈਨੂੰ ਖਾਣਾ ਪਕਾਉਣਾ ਹੁੰਦਾ, ਮੈਨੂੰ ਸਫਾਈ ਕਰਨੀ ਹੁੰਦੀ, ਮੈਨੂੰ ਕੱਪੜੇ ਧੋਣੇ ਹੁੰਦੇ ਨੇ, ਤੇ ਨਾਲੇ ਮੈਂ ਬਿਜ਼ਨਸ ਚਲਾਉਣੀ ਹੁੰਦੀ ਹੈ, ਤੇ ਨਾਲੇ ਮੈਂ ਬਾਈਬਲ ਕਾਲਜ ਜਾਣਾ ਹੁੰਦਾ। ਨਹੀਂ,
ਉਹਦੇ 'ਚ ਉਹ ਮੈਚੁਰਿਟੀ ਸੀ, ਉਹ ਬੜ੍ਹੋਤਰੀ ਸੀ, ਉਹਦੇ 'ਚ ਡਿਸਪਲਿਨ ਸੀ, ਆਪਣੇ ਆਪ ਨੂੰ ਸਹੀ ਤਰ੍ਹਾਂ ਮੈਨੇਜ ਕਰ ਸਕਦਾ ਸੀ, ਹੈ ਨਾ। ਤੇ ਉਦਾਹਰਨ ਦੇ 'ਚ ਪਾਇਆ ਕਿ ਇਹਦੇ ਨਾਲ ਗੱਲਬਾਤ ਰਾਬਤੇ 'ਚ ਰਹਿ। ਤੇ ਅਸਾਂ ਸ਼ਾਇਦ ਅਪ੍ਰੈਲ 'ਚ ਹਰ ਹਫ਼ਤੇ ਅਸੀਂ ਗੱਲ ਕਰਨੇ ਆ ਤਕਰੀਬਨ 1 ਘੰਟੇ ਲਈ। ਜੋ ਉਹਦੀ ਪ੍ਰੋਬਲਮਸ ਨੇ ਉਹ ਮੈਨੂੰ ਦੱਸਦਾ ਹੈ, ਅਸੀਂ ਦੁਆ ਕਰਨੇ ਆ। ਮੈਂ ਆਪਣੀ ਪ੍ਰੋਬਲਮਸ, ਆਪਣੀ ਪਰੇਸ਼ਾਨੀਆਂ ਦੱਸਣਾ, ਅਸੀਂ ਦੁਆ ਕਰਨੇ ਇੱਕ ਦੂਜੇ ਲਈ, ਹੈ ਨਾ। ਤੇ ਹੈ ਨਾ, ਜਿਵੇਂ ਜੋ ਅੱਗੇ ਆਉਂਦਾ ਉਹ ਫਿਰ ਪਿੱਛੇ ਨੂੰ ਖਿੱਚਦੇ ਉੱਤੇ, ਨਾ। ਤੇ ਅਸੀਂ ਵੀ, ਹੈ ਨਾ, ਅਸੀਂ ਕੀ ਗੱਲ ਕਰਨੇ ਆ ਆਤਮਿਕ ਬੜ੍ਹੋਤਰੀ ਦੀ, ਨਾ, ਕਿ ਕਿੰਜੇ ਹੁੰਦੀ ਆਤਮਿਕ ਬੜ੍ਹੋਤਰੀ। ਸਾਨੂੰ ਪਤਾ ਹੈ ਕਲਾਮ, ਦੁਆ, ਤੇ ਨਾਲੇ ਇਹਦੇ ਬਾਰੇ 'ਚ ਅਸੀਂ ਥੋੜ੍ਹੀ ਗੱਲ ਕੀਤੀ ਹੈ ਸੰਗਤ। ਆਮੀਨ। ਤੇ ਅਸਾਂ ਕੀ ਗੱਲ ਕੀਤੀ ਅੱਜ, ਮੈਨੂੰ ਸਹੀ ਤਰ੍ਹਾਂ ਯਾਦ ਨਹੀਂ ਕੀ ਗੱਲਾਂ ਹੋਈਆਂ ਨੇ। ਹਾਂ, ਸੰਗਤ ਹੀ ਹੋਈ ਹੈ। ਜੁਡੀ ਨੇ ਕੋਈ ਸਵਾਲ ਪੁੱਛਣਾ ਸੀ ਜਾਂ ਕੋਈ ਕਮੈਂਟ ਕਰਨਾ ਸੀ? मैं कमेंट ही करना सी कि मैं आपके पोते की गल दसन लगी सी कि वो पिछले साल उन्हें जप्फी पा के आपके बाबे नूं कहना, मैनूं कहना आई लव माई पापा, आई डोंट लाइक यू दादी। ते मैं अगों कहंदी हुंदी सी रियली सोहणे, थैंक यू दादी, आई सेड आई डोंट लाइक यू। ते मैं फे कह देना, मैं कहना थैंक यू सोहणे, लव यू। वो हार के उनकी गिव कर देना भी दादी नूं तो समझ ही नहीं लगती। मैं ये गल करना चाहनी है कि रिवर्स साइकोलॉजी कहते हैं इंग्लिश च, पर ये आपां नूं छेती इस गल दा आ जावे भी आपां उस गल दा गुस्सा नहीं करना, तो ओदा जो in the long run जे मैं आपदे पोते नूं कहंदी ओह मैनूं काहतों नहीं लाइक करता, that sort of thing, और जड़ा सी, पर because I wanted to get that out of his system भी इदा नफरत नहीं दे नाल नहीं गल करी थी ते प्यार ना हुण ओह ही पोता I love my गुड्डो, I love my गुड्डी, the जी, good ਤੁਸੀਂ ਪਾਇਆ ਸੀ ਮੈਸੇਜ। yeah इदा ਅਸਾਂ है ਅਸੀਂ ਕੰਕਲੂਡ ਕਰਨੇ ਆ ਕਿਉਂਕਿ ਟਾਈਮ ਹੋ ਗਿਆ ਹੁਣ, ਹੈ ਨਾ। understand कीता है what I'm trying to say ਜੀ, okay ਕਿ ਅਗਰ ਨਾਰਾਜ਼ ਹੋ ਜਾਂਦੇ ਜਾਂ ਗੁੱਸਾ ਕਰਦੇ ਤੇ ਫਿਰ ਕੋਈ ਫਾਇਦਾ ਨਹੀਂ ਹੁੰਦਾ। yeah ਤੇ ਅਸਾਂ ਅੱਜ ਕੀ ਗੱਲ ਕੀਤੀ ਹੈ ਕਿ ਮਸੀਹੀ ਕਿੰਜੇ ਵੱਧਦਾ ਹੈ, ਤੇ ਸਿਰਫ ਟਾਈਮ ਨਹੀਂ ਹੈ, ਸਿਰਫ ਟਾਈਮ ਨਹੀਂ ਦੱਸਦਾ ਅਗਰ ਤੁਸੀਂ ਵਧੋਗੇ ਖੁਦਾ 'ਚ। ਦੀਪਕ ਭਾਈ, ਕੀ ਸ਼ੈਵਾਂ ਅਸਾਂ ਵੇਖਿਆ ਨੇ ਕਿ ਕਿਹੜੀਆਂ ਸ਼ੈਵਾਂ ਸਾਨੂੰ ਅੱਗੇ ਲੈ ਕੇ ਜਾਂਦੀਆਂ ਨੇ? ਸ਼ਾਮਾ ਇੱਕ ਸੰਗਤ ਆ, ਆਪਾਂ ਸੰਗਤ ਕਰਨੀ, ਇੱਕ ਦੁਆ ਕਰਨੀ ਆ, ਤੇ ਇੱਕ ਬਾਈਬਲ ਰੀਡਿੰਗ ਕਰਨੀ ਆ। ਇਹ ਚੀਜ਼ਾਂ ਕੋਈ ਨਾ ਜਿਹੜੀਆਂ ਆਪਾਂ ਨੂੰ ਗਾਂਹ ਲੈ ਕੇ ਜਾਂਦੀਆਂ। ਜੀ, ਤੇ ਕੀ ਅਸਾਂ ਇੱਕ ਕੀ ਨਿਸ਼ਾਨ ਨੇ, ਇੱਕ ਜੋ ਯਕੂਬ ਜ਼ਿਕਰ ਕਰਦਾ ਹੈ ਉਹ 2 ਦਾ ਅਸਾਂ ਵੇਖਿਆ ਸੀ, ਲੇਕਿਨ ਅਗਰ ਇੱਕ ਤੁਹਾਨੂੰ ਕੋਈ ਮੈਨੂੰ ਦੱਸ ਸਕੇ ਇੱਕ ਨਿਸ਼ਾਨ, ਮੈਂ ਪੁੱਛਾਂਗਾ ਕਿਸੇ ਨੂੰ ਦੱਸਣ ਲਈ ਮੈਨੂੰ ਜਵਾਬ। ਇੱਕ ਨਿਸ਼ਾਨ ਜੋ ਇੱਕ ਅਗਰ ਮੈਚੁਰ, ਅਗਰ ਜੋ ਅੱਗੇ ਹੈ ਮਸੀਹੀ, ਉਹਦੇ 'ਚ ਅਸੀਂ ਕੀ ਵੇਖਾਂਗੇ? ਆਂਟੀ ਕੁਲਵਿੰਦਰ, ਕੀ ਅਸਾਂ ਵੇਖਿਆ ਸੀ ਇੱਕ ਚਾਹੀਦਾ? ਹੈਲੋ ਆਂਟੀ ਕੁਲਵਿੰਦਰ, ਤੁਹਾਡਾ ਮਾਈਕ ਆਫ ਹੈ। ਆਮੇਨ ਜੀ। ਅਸੀਂ ਉਹਦੀ ਬੜੋਤਰੀ ਦੇਖਾਂਗੇ ਜੋ ਕਿ ਪਹਿਲਾਂ 15 ਸਾਲ ਪਹਿਲਾਂ ਆ,
ਉਹ ਫਿਰ ਜਿੱਦਾਂ ਉਹ ਜਿਹੜਾ ਪਿੱਛੇ ਆ ਉਸ ਨੂੰ ਫਿਰ ਦੱਸੇਗਾ ਪਰਮੇਸ਼ਰ ਬਾਰੇ। ਹਾਂ, ਤੇ ਕੀ ਵੇਖੋਗੇ ਤੁਸੀਂ ਜੋ ਅੱਗੇ ਹੈ? ਯਾਕੂਬ ਦੱਸਦਾ ਕਿ ਇੱਕ ਕਾਮਿਲ ਜੋ ਹੈ ਬੰਦਾ, ਉਹਦੇ ਚ ਕੀ ਵੇਖੋਗੇ ਹਾਂ। ਤੁਸੀਂ? ਉਹ ਮਜ਼ਬੂਤ ਹੋਵੇਗਾ ਪਰਮੇਸ਼ਰ ਦੇ ਵਿੱਚ। ਇਹਦਾ ਕੀ ਮਤਲਬ? ਮਜ਼ਬੂਤ ਦਾ ਕੀ ਮਤਲਬ? ਮਜ਼ਬੂਤ ਉਹਦੀ ਚਾਲ ਚੱਲਣ, ਜਿਸ ਤਰ੍ਹਾਂ ਵੀ ਉਸਦਾ ਈਮਾਨ ਜੀ, ਲੇਕਿਨ ईमान परमेश्वर पे पक्का होवेगा। ईमान कामल वो अपनी बातों में खता नहीं करेगा और वो सब्र से कामल बनेगा। हाँ, एक गल निचा जिक्र कीता सी असां, जुबान काबू होगा। जुबान की कंट्रोल करेगा। ਜ਼ੁਬਾਨ ਦੀ ਕੰਟਰੋਲ, ਬਿਲਕੁਲ ਸਹੀ ਗੱਲ ਹੈ। ਤੇ ਯਾਕੂਬ ਦੂਜੀ ਗੱਲ ਵੀ ਦੱਸਦਾ ਹੈ, ਇੱਕ ਸਵਰੇ ਮੈਂ ਪੋਤੇ ਦੀ ਗੱਲ ਇੰਨਾ ਹੀ ਲਿੰਕ ਕਰਦੀ ਸੀ ਵੀ ਆਪਦੇ ਜਵਾਬ ਤੇ ਕੰਟਰੋਲ। ਤੁਹਾਡੀ ਨਿਚਾ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਬਣਾਉਂਦੀ ਆ। ਹਾਂ, मुसीबतों में सब्र करना। ਹਾਂ, ਨਿਚਾ ਦੀ ਪ੍ਰੀਖਿਆ जब मुश्किल आओगी घबरा जी, है ना। अगर कोई 15 साल तो मसीही है ਤੇ ਕਿਸੇ ਨੇ ਕੁਝ ਆਖ ਦਿੱਤਾ ਉਹਨਾਂ ਨੂੰ ਨਾ ਕਿ ਜਦੋਂ ਤੂੰ ਗਾਉਂਦਾ ਮੈਨੂੰ ਅੱਛੀ ਨਹੀਂ ਲੱਗਦੀ ਤੇਰੀ ਆਵਾਜ਼, ਤੇ ਉਹ ਕਰ ਜਾ ਕੇ ਰੋਏ ਕਿ ਓਏ ਹੋਏ ਨੇ ਕਿਉਂ ਮੈਨੂੰ ਇੰਜ ਆਖਿਆ, ਮੈਂ ਇਹਦੇ ਨਾਲ ਇਹ ਕਰ ਦਵਾਂਗਾ ਨਾ। ਤੇ ਫਿਰ ਮੈਂ ਸੋਚਾਂਗਾ ਤੂੰ ਜੈ ਕਈ ਕਰਦੇ ਆ ਵੱਡੀਆਂ ਚਰਚਾਂ ਨੇ ਸਭ ਆਪਣੇ ਇੰਡੀਅਨ ਚਰਚਾ ਚ, ਵੱਡੀਆਂ ਚਰਚਾ ਚ ਕਈ ਕਰਦੇ ਲੈਟ ਡਾਊਨ ਕਰਦੇ ਆ। ਹਾਂ, ਇਹ ਤੇ ਹੁੰਦਾ ਹੈ ਹਨਾ। ਲੇਕਿਨ ਅਸੀਂ ਵੇਖਿਆ ਕਿ ਜਦੋਂ ਕੋਈ ਦੁੱਖ ਮੁਸੀਬਤ ਆਏ ਤੇ ਖੁਸ਼ ਹੋਵੋ, ਕਹਿੰਦੇ ਖੁਸ਼ ਹੋਵੋ। ਜਿੱਦਾਂ ਤੇਰਾ ਅੰਕਲ ਮੈਨੂੰ ਕਹਿੰਦਾ ਹੋਇਆ ਇਹ ਕੰਮ ਨਹੀਂ ਕਰਦੀ, ਇਹ ਨਹੀਂ ਕਰਦੀ, ਤੇ ਮੈਂ ਕਈ ਸਾਲ ਤੋਂ ਗੁੱਸਾ ਕਰਤਾ। ਫਿਰ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਬਈ ਵਾਕਿਆ ਤੁਸੀਂ ਕਿੰਨੇ ਗੋਡਿਆ ਏਦਾਂ ਦੀ ਤੀਮੀ ਨੂੰ ਰੱਖਿਆ ਜਿਹੜਾ ਕੋਈ ਵੀ ਨਹੀਂ ਕੰਮ ਕਰਦਾ। ਉਹ ਐਸੀ ਸ਼ਰਮ ਫੀਲ ਕੀਤੀ, ਮੁੜ ਕੇ ਅੱਜ ਕੀਤਾ। ਓਕੇ, ਅਸੀਂ ਹਾਂ ਤੇ ਅਸਾਂ ਇਹ ਗੱਲਾਂ ਕੀਤੀਆਂ ਨੇ। ਸਹੀ। ਅਸੀਂ ਇੱਕ ਆਖਰੀ ਸਵਾਲ, ਫਰੀਸੀਆਂ ਨੇ ਤੇ ਜੋ ਕਾਹਨ ਸਨ ਹੈਕਲ 'ਚ, ਪਤਰਸ ਤੇ ਯਹੰਨਾ 'ਚ ਕੀ ਵੇਖਿਆ ਸੀ? ਬਾਜੀ ਪੂਨਮ, ਤੁਸੀਂ ਜਵਾਬ ਦਿਓ। उन्होंने देखिया सीगा कि ये बहुत छोटी उम्र दे आ, इन्ने पढ़े लिखे भी है नहीं पर इन्हां नू ज्ञान बहुत आ। ਮੈਂ ਦੱਸਾਂ, ਨਹੀਂ ਬਾਜੀ ਪੂਨਮ ਨੂੰ ਪਤਾ ਹੈ ਗਿਆਨ ਹੈ, ਠੀਕ ਹੈ। ਉਹਨਾਂ ਨੇ ਗਿਆਨ ਵੇਖਾ, ਲੇਕਿਨ ਉਹਨਾਂ ਨੇ ਇੱਕ ਹੋਰ ਵੀ ਬਹੁਤ ਖਾਸ ਸ਼ੈ ਵੇਖੀ ਉਹਨਾਂ 'ਚ। कि इन्हां दे कोल ਮੈਂ ਦੱਸਾਂ ਬਾਜੀ ਪੂਨਮ ਨੂੰ ਦੱਸਣ ਤੋਂ ਪਹਿਲਾਂ कि इन्हां दे कोल वचन दियां गल्लां बहुत है, जिन्हें कि वचन का पता पूनम- है। कामल लाडी भाई से पूछ लो। ਪੂਨਮ ਨਹੀਂ ਮੈਂ ਤਾਂ ਕਹਿ ਰਿਹਾ, ਪੂਨਮ ਵੀ ਨਾ ਮੇਰੇ ਸਵਾਲ ਦੇ ਵਿੱਚ ਬਹੁਤ ਬੋਲਦੀ ਹੈ, ਇਹਨੂੰ ਅਹਿਸਾਸ ਹੋਵੇ ਕਿੱਦਾਂ ਬੋਲੀਦਾ ਵਾ। ਮੈਂ ਦੱਸਾਂ ਤਾਂ ਮੈਂ ਕਰ ਰਿਹਾ ਕਾਪੀ ਇਹਦੀ। ਅੱਛਾ ਠੀਕ ਹੈ, ਲਾਡੀ ਭਾਈ ਤੁਸੀਂ ਹੀ ਦੱਸੋ ਫਿਰ। ਉਹਨਾਂ ਨੇ ਜੱਸੂ ਦੇ ਨਾਲ ਉਹਨਾਂ ਨੂੰ ਬੈਠੇ ਦੇਖਿਆ। ਨਹੀਂ ਹੋਰ ਨਹੀਂ, they spent time with Jesus. ਹਾਂ, ਉਹਨਾਂ ਨੇ ਲਾਡੀ ਇਹ ਨਹੀਂ ਸੀ ਕਿ ਉਹਨਾਂ ਨੇ ਯਿਸੂ ਨਾਲ ਬੈਠਦੇ ਹੋਏ ਵੇਖਿਆ, ਲਿਖਿਆ ਕਿ ਉਹਨਾਂ ਨੇ ਜਾਣਿਆ ਪਹਿਚਾਨਿਆ ਕਿ ਇਹ ਲੋਕੀ ਯਿਸੂ ਦੇ ਨਾਲ ਇਹਨਾਂ ਨੇ ਵਕਤ ਗੁਜ਼ਾਰਿਆ। ਤੇ ਜਦੋਂ ਅਸੀਂ ਵੀ ਹਨਾ ਜੋ ਅੱਗੇ ਸਾਡੇ ਤੇ ਨੇ ਮਸੀਹੀ, ਉਹਨਾਂ ਨਾਲ ਅਸੀਂ ਵਕਤ ਗੁਜ਼ਾਰਾਂਗੇ, ਅਸੀਂ ਵੀ ਅੱਗੇ ਜਾਵਾਂਗੇ, ਅਸੀਂ ਵੀ ਵਧਾਂਗੇ। ਸਹੀ। ਹਾਂ, ਮੈਂ ਰਿਕਾਰਡਿੰਗ ਇੱਥੇ ਬੰਦ ਕਰਨਾ।